ਧੰਨ ਵਾਹਿਗੁਰੂ ਸਾਹਿਬ ਜੀਓ। ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮਹਿ ਕੀਆ। ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀਆਂ। ਸਗਲ ਬਨਸਪਤ ਮਹਿ ਬੈਸੰਤਰ, ਸਗਲ ਦੂਧ ਮੈਂ ਕੀਆ। ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਗੁਰੂ ਸਵਾਰਿਓ, ਅੱਜ ਅਸੀਂ ਰਲ ਮਿਲ ਕੇ ਗੁਰਮਤਿ ਦੀਆਂ ਵਿਚਾਰਾਂ ਉਹ ਸਾਂਝੀਆਂ ਕਰਨ ਦਾ ਯਤਨ ਕਰਾਂਗੇ। ਅੱਜ ਦਾ ਜੋ ਵਿਸ਼ਾ ਹੈ, ਰੱਬ ਕਿੱਥੇ ਰਹਿੰਦਾ ਹੈ, ਰੱਬ ਦਾ ਘਰ ਕਿਹੜਾ ਹੈ। ਅਸੀਂ ਉਸ ਬਾਬਤ ਗੁਰਬਾਣੀ ਕਿਸ ਤਰ੍ਹਾਂ ਪਰਮਾਤਮਾ ਨੂੰ ਕਿੱਥੇ ਮੰਨਦੀ ਹੈ, ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਇਸ ਨੂੰ ਸਮਝਣ ਦਾ ਯਤਨ ਕਰਾਂਗੇ। ਜਦੋਂ ਅਸੀਂ ਵੇਖਦੇ ਹਾਂ ਸਮਾਜ ਦੇ ਵਿੱਚ, ਹਿੰਦੂਆਂ ਦੇ ਵਿੱਚ, ਹਿੰਦੂ ਮਤ ਦੇ ਵਿੱਚ ਉਹ ਰੱਬ ਨੂੰ, ਅਕਾਲ ਪੁਰਖ ਨੂੰ, ਪਰਮਾਤਮਾ ਨੂੰ ਉਹ ਦੂਰ ਦੁਰਾਡੇ ਸਮਝਦੇ ਨੇ। ਮੁਸਲਮਾਨਾਂ ਦੇ ਵਿੱਚ ਵੀ ਇਦਾਂ ਹੀ ਹੈ। ਪਰ ਗੁਰਬਾਣੀ ਨੇ ਇੱਕ ਆਪਣਾ ਵੱਖਰਾ ਨਜ਼ਰੀਆ ਪੇਸ਼ ਕੀਤਾ ਹੈ। ਗੁਰਬਾਣੀ ਨੇ ਰੱਬ ਦੇ ਬਾਰੇ ਵਿਚਾਰ ਜਿਹੜੇ ਨੇ ਬੜੇ ਸਪਸ਼ਟ ਤੌਰ ਤੇ ਸਾਡੇ ਸਾਹਮਣੇ ਰੱਖੇ ਹਨ। ਤੇ ਪਾਤਸ਼ਾਹ ਦੀ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਤੇ ਪਾਤਸ਼ਾਹ ਜੀ ਗੁਰਬਾਣੀ ਵਿੱਚ ਬਖਸ਼ਿਸ਼ ਕਰਦੇ ਨੇ। ਕਹਿੰਦੇ ਭਗਤ ਨਾਮਦੇਵ ਜੀ ਦਾ ਸ਼ਬਦ ਹੈ, ਹਿੰਦੂ ਅੰਨਾ ਤੁਰਕੂ ਕਾਣਾ, ਦੋਹਾਂ ਤੇ ਗਿਆਨੀ ਸਿਆਣਾ। ਸਮਾਜ ਵਿੱਚ ਕਹਿੰਦੇ ਹਿੰਦੂ ਕਹਿੰਦੇ ਉਹ ਅੰਨਾ ਹੈ, ਮੁਸਲਮਾਨ ਕਾਣਾ। ਹਿੰਦੂ ਦੀਆਂ ਕਹਿੰਦੇ ਦੋਨੋਂ ਅੱਖਾਂ ਨਹੀਂ ਹਨ। ਉਹ ਕਿੱਦਾਂ? ਉਹ ਰੱਬ ਨੂੰ ਕਹਿੰਦੇ ਇੱਕ ਤਾਂ ਜ਼ਿਆਦਾ ਮੰਨਦਾ, 33 ਕਰੋੜ ਦੇਵੀ ਦੇਵਤੇ ਮੰਨਦਾ ਹੈ, ਤੇ ਦੂਸਰਾ ਕਹਿੰਦੇ ਉਹ ਸਿਰਫ ਜਗਨਨਾਥਪੁਰੀ ਦੇ ਵਿੱਚ ਹੀ ਮੰਨਦੇ ਆ। ਤੇ ਪਾਤਸ਼ਾਹ ਨੇ ਅੱਗੇ ਜੋ ਕਿਹਾ ਮੁਸਲਮਾਨ, ਉਹ ਕਹਿੰਦੇ ਮਸਜਿਦ ਦੇ ਵਿੱਚ, ਸਿਰਫ ਕਾਬੇ ਦੇ ਵਿੱਚ, ਮੱਕੇ ਦੇ ਵਿੱਚ ਉੱਥੇ ਹੀ ਰੱਬ ਨੂੰ ਮੰਨਦੇ ਨੇ। ਪਰ ਉਹਦੀ ਇੱਕ ਅੱਖ ਕਾਣੀ ਇਸ ਕਰਕੇ ਹੈ, ਉਹ ਸਿਰਫ ਇੱਕ ਸਥਾਨ ਤੇ ਮੰਨਦੇ ਨੇ, ਇੱਕ ਜਗ੍ਹਾ ਤੇ ਮੰਨਦੇ ਨੇ। ਉਹਨਾਂ ਦੇ ਵਿੱਚ ਰੱਬ ਨੂੰ ਪਰ ਮੰਨਦੇ ਇੱਕ ਨੇ ਕਹਿੰਦੇ, ਤਾਂ ਕਰਕੇ ਉਹਦੀ ਇੱਕ ਅੱਖ ਕਾਣੀ ਆ। ਇੱਕ ਅੱਖ ਕਿਹੜੀ ਹੈ? ਜਿਹੜੀ ਇਹ ਸਮਝਦੀ ਹੈ ਬਈ ਰੱਬ ਇੱਕ ਹੈ। ਕਾਣੀ ਕਿਹੜੀ ਹੈ? ਜਿਹੜੀ ਇੱਕ ਮੰਨਦੀ ਆ ਪਰ ਮੰਨਦੀ ਇੱਕ ਜਗ੍ਹਾ ਤੇ ਆ। ਹਿੰਦੂਆਂ ਦੀਆਂ ਦੋਨੋਂ ਅੱਖਾਂ ਕਾਣੀਆਂ ਤਾਂ ਨੇ, ਕਹਿੰਦੇ ਉਹ ਮੰਨਦੇ ਵੀ ਜ਼ਿਆਦਾ ਨੇ, ਇੱਕ ਤੋਂ ਵਧੇਰੇ, ਤੇ ਦੂਸਰਾ ਤੇ ਉਹ ਮੰਨਦੇ ਜਗਨਨਾਥਪੁਰੀ ਦੇ ਵਿੱਚ ਨੇ। ਪਰ ਦੋਹਾਂ ਤੇ ਗਿਆਨੀ ਸਿਆਣਾ। ਦੋਨਾਂ ਦੇ ਵਿੱਚੋਂ ਕਹਿੰਦੇ ਸਿਆਣਾ ਮਨੁੱਖ ਉਹ ਹੈ ਜਿਹਨੂੰ ਆਪਾਂ ਗਿਆਨੀ ਕਹਿ ਦਿੰਦੇ ਹਾਂ, ਜਿਹੜਾ ਗਿਆਨਵਾਨ ਹੈ। ਇਹ ਨਹੀਂ ਕੋਈ ਕਿਸੇ ਦਾ ਨਾਮ ਆਪਾਂ ਗਿਆਨੀ ਰੱਖਿਆ ਹੋਵੇ ਵੀ ਉਹ ਜਾਣਦਾ, ਉਹ ਸਿਆਣਾ। ਗੁਰਬਾਣੀ ਦੇ ਵਿੱਚ ਗਿਆਨੀ ਸ਼ਬਦ, ਗਿਆਨੀ ਹੋਏ ਸੋ ਚਤੰਨ ਹੋਏ, ਅਗਿਆਨੀ ਅੰਤ ਕਮਾਏ। ਗਿਆਨੀ ਦੀ ਨਿਸ਼ਾਨੀ ਇਹ ਆਈ ਹੈ ਵੀ ਉਹ ਚਤੰਨ ਰਹਿੰਦਾ, ਸੁਚੇਤ ਰਹਿੰਦਾ, ਉਹਦੇ ਵਿੱਚ ਉਹਦੇ ਕੋਲ ਵਿਵੇਕ ਬੁੱਧ ਹੁੰਦੀ ਹੈ। ਤੇ ਅੱਗੇ ਪਾਤਸ਼ਾਹ ਨੇ ਜੋ ਭਗਤ ਨਾਮਦੇਵ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਉਹਨਾਂ ਦੇ ਵਿੱਚ ਹਿੰਦੂ ਜਿਹੜੇ ਨੇ, ਹਿੰਦੂ ਪੂਜੈ ਦਿਹੁਰਾ, ਮੁਸਲਮਾਨ ਮਸੀਤ, ਨਾਮੇ ਸੋਈ ਸੇਵਿਆ ਜਾਂ ਦਿਹੁਰਾ ਨਾਮ ਮਸੀਤ। ਉਹਨਾਂ ਨੇ ਮੂਰਤੀ ਨੂੰ ਪੂਜਿਆ ਤੇ ਮੁਸਲਮਾਨਾਂ ਨੇ ਮਸੀਤ ਵਿੱਚ ਰੱਬ ਨੂੰ ਮੰਨਿਆ। ਤੇ ਭਗਤ ਨਾਮਦੇਵ ਜੀ ਕਹਿੰਦੇ ਮੈਂ ਉਸ ਰੱਬ ਨੂੰ ਸਾਰੇ ਪਾਸੇ ਵਿਆਪਕ ਸਮਝਿਆ ਹੈ। ਮੈਂ ਇਦਾਂ ਮੰਨਦਾ, ਕਹਿੰਦੇ ਗੁਰਬਾਣੀ ਇਦਾਂ ਮੰਨਦੀ ਹੈ।
ਨਾਮੇ ਸੋਈ ਸੇਵਿਆ। ਉਹ ਨਾਮਦੇਵ ਨੇ ਉਹ ਸੇਵਿਆ ਜਿਹੜਾ ਸਾਰੇ ਪਾਸੇ ਵਸ ਰਿਹਾ ਹੈ। ਜਿਸ ਤਰ੍ਹਾਂ ਭਗਤ ਕਬੀਰ ਜੀ ਇੱਕ ਸਵਾਲ ਕਰਦੇ ਨੇ, ਕਹਿੰਦੇ ਜੇ ਤੁਸੀਂ ਇਦਾਂ ਮੰਨਦੇ ਆ ਵੀ ਰੱਬ ਸਿਰਫ ਤੇ ਸਿਰਫ ਮੱਕੇ ਦੇ ਵਿੱਚ ਕਾਬੇ ਵਿੱਚ ਹੀ ਰਹਿੰਦਾ ਹੈ, ਜੇ ਹਿੰਦੂ ਇਦਾਂ ਮੰਨਦੇ ਨੇ ਵੀ ਜਗਨਨਾਥਪੁਰੀ ਦੇ ਵਿੱਚ ਹੀ ਰੱਬ ਰਹਿੰਦਾ ਹੈ, ਉਹ ਸਵਾਲ ਕਰਦੇ ਨੇ ਫਿਰ ਸਾਰਾ ਸੰਸਾਰ ਕਹਿੰਦੇ ਕਿਵੇਂ ਚੱਲਦਾ ਹੈ? ਸਾਰੇ ਲੋਕ ਤਾਂ ਉੱਥੇ ਜਾ ਨਹੀਂ ਸਕਦੇ, ਹਰ ਇੱਕ ਦੀ ਇੰਨੀ ਸਮਰੱਥਾ ਨਹੀਂ ਹੋ ਸਕਦੀ। ਤੇ ਪਾਤਸ਼ਾਹ ਜੀ ਜੋ ਗੁਰਬਾਣੀ ਦਾ ਬਚਨ ਬਖਸ਼ ਕਰਦੇ ਨੇ, ਕਹਿੰਦੇ ਅੱਲਾ ਏਕ ਮਸੀਤ ਬਸਤ ਹੈ ਅਬਰ ਮੁਲਕ ਕਿਛ ਕੇਰਾ। ਏਦਾਂ ਮੰਨਦੇ ਆ ਵੀ ਰੱਬ ਇੱਕੋ ਇੱਕ ਮੂਰਤੀ ਦੇ ਵਿੱਚ ਹੀ ਰਹਿੰਦਾ ਹੈ। ਮੁਸਲਮਾਨ ਏਦਾਂ ਮੰਨਦੇ ਆ ਅੱਲਾ ਏਕ ਮਸੀਤ ਬਸਤ ਹੈ, ਮਸੀਤ ਵਿੱਚ ਹੀ ਰਹਿੰਦਾ ਹੈ। ਤੇ ਭਗਤ ਅਗਲੀ ਗੱਲ ਜਿਹੜੀ ਉਹ ਹਿੰਦੂਆਂ ਬਾਰੇ ਕਰਦੇ ਨੇ, ਭਗਤ ਕਬੀਰ ਜੀ ਕਹਿੰਦੇ ਹਿੰਦੂ ਮੂਰਤ ਨਾਮ ਨਿਵਾਸੀ ਦੋਵੇਂ ਤਤ ਨਾ ਹੀਰਾ। ਹਿੰਦੂ ਮੂਰਤੀ ਦੇ ਵਿੱਚ ਮੰਨਦੇ ਦੋਨਾਂ 'ਚ ਫਰਕ ਕੀ ਹੈ? ਤੇ ਭਗਤ ਕਬੀਰ ਜੀ ਨੇ ਦੱਸਿਆ, ਇਹ ਸਵਾਲ ਛੱਡਿਆ ਨਹੀਂ ਇੱਥੇ, ਦੱਸਦੇ ਨੇ ਕਹਿੰਦੇ ਮੁਸਲਮਾਨ ਮੱਕੇ ਵਿੱਚ ਕਾਬੇ ਵਿੱਚ, ਹਿੰਦੂ ਉਹ ਨਾਲ ਉਹਦੇ ਇੱਕ ਹੋਰ ਉਦਾਹਰਨ ਦੇ ਨੇ, ਕਹਿੰਦੇ ਦੱਖਣ ਦੇਸ਼ ਹਰੀ ਕਾ ਵਾਸਾ ਪੱਛਮ ਅੱਲਾ ਮੁਕਾਮਾ। ਦੱਖਣ ਦੇ ਵਿੱਚ ਹਿੰਦੂ ਮੰਨਦੇ ਨੇ ਜਗਨਨਾਥਪੁਰੀ, ਪੱਛਮ ਦੇ ਵਿੱਚ ਕਾਬਾ ਹੈ, ਉੱਥੇ ਮੁਸਲਮਾਨ ਮੰਨਦੇ ਨੇ। ਪਰ ਰੱਬ ਦਾ ਘਰ ਕਿੱਥੇ ਆ? ਕਹਿੰਦੇ ਦਿਲ ਮੈਂ ਖੋਜ ਦਿਲੇ ਹਰ ਖੋਜੋ ਇਹੀ ਠੌਰ ਮੁਕਾਮਾ। ਰੱਬ ਦੂਰ ਰਹਿੰਦਾ ਕਿਤੇ? ਨਾ ਨਾ, ਕਹਿੰਦੇ ਦਿਲ ਦੇ ਅੰਦਰ ਖੋਜ, ਆਪਣੇ ਹਿਰਦੇ ਘਰ ਨੂੰ ਖੋਜ, ਤੂੰ ਅੰਦਰ ਹੀ ਰਹਿੰਦਾ ਹੈ, ਦੂਰ ਨਹੀਂ ਹੈ ਕਿਤੇ। ਅਗਿਆਨਤਾ ਵਸ ਅਸੀਂ ਇਤਨਾ ਦੂਰ ਸਮਝ ਰਹੇ ਹਾਂ, ਕਿਸੇ ਦੂਰ ਦੁਰਾਡੇ ਕਿਤੇ ਰਹਿੰਦਾ ਹੈ। ਕਿੱਦਾਂ ਰਹਿੰਦਾ? ਕਹਿੰਦੇ ਉਹ ਤਾਂ ਸਾਰੇ ਪਾਸੇ ਰਹਿੰਦਾ, ਜਿਹੜਾ ਆਪਾਂ ਵਾਕ ਆਰੰਭ ਦੇ ਵਿੱਚ ਇੱਕ ਸ਼ਰਵਨ ਕੀਤਾ ਹੈ, ਜਿਹਦੇ ਸੱਚੇ ਪਾਤਸ਼ਾਹ ਬਖਸ਼ ਕਰਦੇ ਨੇ, ਸਗਲ ਬਨਸਪਤ ਮੈਂ ਬੇਸੰਤਰ ਸਗਲ ਦੂਤ ਮੈਂ ਕੀਆ। ਸਾਰੀ ਬਨਸਪਤੀ ਦੇ ਵਿੱਚ ਹੈ। ਕਿੱਦਾਂ? ਕਹਿੰਦੇ ਬਨਸਪਤੀ ਦੇ ਵਿੱਚ ਜਿੱਦਾਂ ਲੱਕੜ ਦੇ ਵਿੱਚ ਅੱਗ ਛੁਪੀ ਹੋਈ ਹੈ, ਇਸੇ ਤਰ੍ਹਾਂ ਮਾਲਕ ਹਰ ਇੱਕ ਦੇ ਅੰਦਰ ਰਹਿੰਦਾ ਹੈ। ਅਗਲੀ ਇੱਕ ਹੋਰ ਉਦਾਹਰਨ ਦੇ ਨੇ, ਦੁੱਧ ਦੇ ਵਿੱਚ ਜਿੱਦਾਂ ਕਹਿੰਦੇ ਘਿਓ ਛੁਪਿਆ ਹੁੰਦਾ ਹੈ, ਇਸੇ ਤਰ੍ਹਾਂ ਮਾਲਕ ਹਰ ਇੱਕ ਦੇ ਅੰਦਰ ਰਹਿੰਦਾ ਹੈ। ਪਰ ਦੋਨੇ ਪੱਖਾਂ ਦੇ ਵਿੱਚ ਕਹਿੰਦੇ ਜਿੱਦਾਂ ਉਹਨੂੰ ਪ੍ਰਗਟ ਕਰਨਾ ਪੈਂਦਾ, ਇਸੇ ਤਰ੍ਹਾਂ ਮਾਲਕ ਨੂੰ ਅਸੀਂ ਆਪਣੇ ਅੰਦਰੋਂ ਪ੍ਰਗਟ ਕਰਨਾ ਹੈ। ਰਹਿੰਦਾ ਸਾਡੇ ਕੋਲੇ ਹੀ ਹੈ। ਕਿੱਥੇ ਰਹਿੰਦਾ? ਹੋਰ ਗੁਰਬਾਣੀ ਦੇ ਵਾਕ ਸਮਝੋ, ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਣਹਾਰ। ਸਾਰੇ ਪਾਸੇ ਜਲ ਦੇ ਵਿੱਚ, ਥਲ ਦੇ ਵਿੱਚ, ਹਰ ਜਗ੍ਹਾ ਤੇ ਕਹਿੰਦੇ ਉਹ ਵਸਿਆ ਹੋਇਆ ਸਿਰਜਣਹਾਰ। ਅਨੇਕ ਭਾਂਤ ਹੋਏ ਪਸਰਿਆ ਨਾਨਕ ਏਕ ਓੰਕਾਰ। ਇੱਕੋ ਇੱਕ ਮਾਲਕ ਕਹਿੰਦੇ ਅਨੇਕਾਂ ਰੂਪਾਂ ਦੇ ਵਿੱਚ ਸਾਰੇ ਪਾਸੇ ਰਹਿੰਦਾ ਹੈ। ਹੋਰ ਵੀ ਗੁਰਬਾਣੀ ਵਿੱਚ ਪਾਤਸ਼ਾਹ ਜੀ ਬਖਸ਼ ਕਰਦੇ ਨੇ, ਕਹਿੰਦੇ ਈਬੈ ਬੀਠਲ ਊਬੈ ਬੀਠਲ ਬੀਠਲ ਬਿਨ ਸੰਸਾਰ ਨਹੀਂ, ਥਾਣ ਥਨੰਤਰ ਨਾਮਾ ਪ੍ਰਣਵੈ ਪੂਰ ਰਹਿਓ ਤੂੰ ਸਰਬ ਮਹੀ। ਭਗਤ ਨਾਮਦੇਵ ਜੀ ਕਹਿੰਦੇ ਨੇ, ਕਹਿੰਦੇ ਉਹ ਸਾਰੇ ਪਾਸੇ ਮਾਲਕ ਰਹਿੰਦਾ ਹੈ, ਪਰ ਅਗਿਆਨਤਾ ਵਸ ਮਨੁੱਖ ਕਈ ਵਾਰ ਦੂਰ ਦਰਾਡੇ ਇਦਾਂ ਸਮਝਦਾ ਹੈ। ਹੁਣ ਇਦਾਂ ਸਮਝ ਲਿਓ, ਨਾਲ ਆਪਣੇ ਸਿੱਖ ਧਰਮ ਦੇ ਵਿੱਚ ਸਿੱਖ ਇਦਾਂ ਸਮਝੀ ਜਾਵੇ, ਜੇ ਬਾਕੀ ਧਰਮ ਵਾਲੇ ਕੋਈ ਮੰਦਿਰ ਵਿੱਚ ਮੰਨਦਾ ਹੈ, ਮਸਜਿਦ ਵਿੱਚ ਮੰਨਦਾ ਹੈ ਵੀ ਸਿੱਖ ਨੇ ਗੁਰਦੁਆਰੇ ਮੰਨਣਾ ਰੱਬ ਨਹੀਂ। ਰੱਬ ਬਾਰੇ ਅਸੀਂ ਗੁਰਦੁਆਰੇ ਸਮਝਦੇ ਹਾਂ। ਗੁਰਦੁਆਰਾ ਸਾਡੇ ਵਾਸਤੇ ਇੱਕ ਸਕੂਲ ਹੈ, ਗਿਆਨ ਦਾ ਕੇਂਦਰ ਹੈ। ਉੱਥੇ ਅਸੀਂ ਸਮਝਦੇ ਹਾਂ ਮਾਲਕ ਸਾਨੂੰ ਕੀ ਉਪਦੇਸ਼ ਦਿੰਦਾ ਹੈ। ਜੇ ਇਦਾਂ ਸਮਝਾਂਗੇ ਵੀ ਗੁਰਦੁਆਰੇ ਇਕੱਲਾ ਰੱਬ ਹੁੰਦਾ ਹੈ, ਗੁਰਦੁਆਰੇ ਤੋਂ ਬਾਹਰ ਜਾ ਕੇ ਕੀ, ਹੁਣ ਕਈ ਵਾਰ ਆਪਾਂ ਇਦਾਂ ਕਹਿੰਦੇ ਆ ਵੀ ਗੁਰਦੁਆਰੇ ਝੂਠ ਨਹੀਂ ਬੋਲਣਾ ਚਾਹੀਦਾ, ਗੁਰਦੁਆਰੇ ਨਸ਼ਾ ਕਰਕੇ ਨਹੀਂ ਜਾਣਾ ਚਾਹੀਦਾ, ਇੱਥੇ ਰੱਬ ਰਹਿੰਦਾ ਹੈ। ਜੇ ਆਪਾਂ ਇਦਾਂ ਸਮਝਾਂਗੇ ਵੀ ਰੱਬ ਗੁਰਦੁਆਰੇ ਵੀ ਉਸੇ ਤਰ੍ਹਾਂ ਰਹਿੰਦਾ, ਉਸੇ ਤਰ੍ਹਾਂ ਸਾਡੇ ਘਰ ਵੀ ਰਹਿੰਦਾ, ਫਿਰ ਬੰਦਾ ਘਰ ਨਸ਼ਾ ਕਰਕੇ ਕਦੇ ਆਵੇਗਾ? ਕਦੇ ਵੀ ਨਹੀਂ ਆਵੇਗਾ। ਕਹਿਣ ਤੋਂ ਭਾਵ ਸਿੱਖ ਨੇ ਗੁਰਦੁਆਰੇ ਤੋਂ ਗਿਆਨ ਲੈਣਾ ਜਾ ਕੇ, ਉੱਥੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਪ੍ਰਕਾਸ਼ ਹੁੰਦਾ ਹੈ, ਗਿਆਨ ਦਾ ਕੇਂਦਰ ਹੈ। ਅਸੀਂ ਇਦਾਂ ਨਹੀਂ ਸਮਝਦੇ ਵੀ ਗੁਰਦੁਆਰੇ ਹੀ ਇਕੱਲਾ ਰੱਬ ਰਹਿੰਦਾ ਹੈ, ਫਿਰ ਬਾਕੀਆਂ ਵਿੱਚ ਕੀ ਫਰਕ ਰਹਿ ਜਾਣਾ ਸਾਡੇ? ਕਿਉਂਕਿ ਪਾਤਸ਼ਾਹ ਨੇ ਨਿਵੇਕਲੀ ਜਿਹੜੀ ਵਿਚਾਰ ਦਿੱਤੀ ਹੈ ਉਹ ਸਾਰੇ ਪਾਸੇ ਆ।
ਉਹ ਮਾਲਕ ਅਸੀਂ ਇੱਕ ਥਾਂ ਤੇ ਨਹੀਂ ਸਮਝਣਾ। ਜਿੱਦਾਂ ਪਾਤਸ਼ਾਹ ਜੀ ਗੁਰਬਾਣੀ ਵਿੱਚ ਹੋਰ ਬਖਸ਼ਿਸ਼ ਕਰਦੇ ਨੇ, ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ। ਉਹ ਤਾਂ ਹਰ ਹਿਰਦੇ ਵਿੱਚ ਰਹਿੰਦਾ ਕਹਿੰਦੇ। ਜਿੱਦਾਂ ਹੋਰ ਬਾਣੀ ਦਾ ਵਾਕ ਪੜ੍ਹਦੇ ਆ, ਕਹਿੰਦੇ ਸਭੈ ਘਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਹਰ ਘਟ ਦੇ ਵਿੱਚ ਉਹ ਰਹਿੰਦਾ ਹੈ। ਰੱਬ ਦਾ ਘਰ ਕਿੱਥੇ ਆ? ਉਹ ਸਾਡੇ ਕੋਲ ਹੀ ਹੈ। ਉਹ ਸਾਰਾ ਸਮਾਜ ਉਸੇ ਦਾ ਬਣਾਇਆ ਹੋਇਆ। ਹਰ ਇੱਕ ਜਗ੍ਹਾ ਤੇ ਰੱਬ ਨੂੰ ਨੇੜੇ ਸਮਝਾਂਗੇ, ਮਹਿਸੂਸ ਕਰਾਂਗੇ, ਉਹ ਨੇੜੇ ਹੈ। ਪਰ ਕਈ ਵਾਰ ਅਗਿਆਨਤਾ ਬਸ ਅਸੀਂ ਦੂਰ ਸਮਝਦੇ ਹਾਂ, ਤਾਈਓ ਅਸੀਂ ਬਲਾਤਕਾਰ ਵਰਗੀਆਂ ਘਟਨਾਵਾਂ, ਹੋਰ ਅਨੇਕਾਂ ਤਰ੍ਹਾਂ ਦੀਆਂ ਘਟਨਾਵਾਂ ਉਹ ਵਾਪਰਦੀਆਂ ਹਨ। ਜਦੋਂ ਅਸੀਂ ਆਸਾ ਕੀ ਵਾਰ ਪੜ੍ਹਦੇ ਹਾਂ ਤੇ ਉਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਇੱਕ ਬੜਾ ਪਿਆਰਾ ਬਚਨ ਹੈ। ਕਹਿੰਦੇ ਰੱਬ ਦਾ ਘਰ ਕਿੱਥੇ ਹੈ? ਦੂਰ ਨਹੀਂ ਕਿਤੇ। ਕਿੱਥੇ ਆ? ਕਹਿੰਦੇ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹ ਸਾਰੀ ਉਸੇ ਦੀ ਕੋਠੜੀ ਆ, ਕਹਿੰਦੇ ਉਸੇ ਦਾ ਘਰ ਹੈ ਤੇ ਇੱਥੇ ਹੀ ਰੱਬ ਰਹਿੰਦਾ ਹੈ। ਉਹ ਸੱਚੇ ਦਾ ਵਾਸ ਇੱਥੇ ਹੀ ਹੈ। ਇਸ ਕਰਕੇ ਅਸੀਂ ਗੁਰਬਾਣੀ ਦੀ ਵਿਚਾਰ ਦੇ ਰਾਹੀਂ ਥੋੜਾ ਜਿਹਾ ਇਹ ਸਮਝਣ ਦਾ ਯਤਨ ਕੀਤਾ ਹੈ ਵੀ ਰੱਬ ਦਾ ਘਰ ਕਿਤੇ ਦੂਰ ਨਹੀਂ। ਰੱਬ ਦਾ ਘਰ, ਸਾਡਾ ਹਿਰਦਾ ਘਰ ਵੀ ਰੱਬ ਦਾ ਘਰ ਹੈ। ਹਰ ਥਾਂ ਤੇ ਉਸ ਨੂੰ ਮਹਿਸੂਸ ਕਰਨਾ ਹੈ। ਇਹ ਨਹੀਂ ਜਿੱਥੇ ਅਸੀਂ ਰੱਬ ਨੂੰ ਏਦਾਂ ਮੌਜੂਦ ਸਮਝਦੇ ਆ ਉੱਥੇ ਏਦਾਂ ਬੁਰੇ ਕੰਮ ਨਹੀਂ ਕਰਨੇ, ਉੱਚਾ ਨਹੀਂ ਬੋਲਣਾ, ਨਸ਼ਾ ਕਰਕੇ ਨਹੀਂ ਜਾਣਾ। ਅਨੇਕਾਂ ਤਰ੍ਹਾਂ ਦੇ ਅਸੀਂ ਵਿਚਾਰ ਏਦਾਂ ਰੱਖਦੇ ਆ। ਜਦੋਂ ਅਸੀਂ ਇਹ ਸਮਝਾਂਗੇ ਵੀ ਰੱਬ ਹਰ ਥਾਂ ਤੇ ਰਹਿੰਦਾ, ਫਿਰ ਇਹ ਬੁਰਾਈਆਂ ਕਿਸੇ ਸਥਾਨ ਤੇ ਵੀ ਨਹੀਂ ਆਉਣਗੀਆਂ। ਸਾਡੇ ਘਰਾਂ ਦੇ ਵਿੱਚ ਵੀ ਬੁਰਾਈਆਂ ਨਹੀਂ ਆਉਣਗੀਆਂ। ਰੱਬ ਜੀਵਾਂ ਦੇ ਵਿੱਚ ਰਹਿੰਦਾ ਹੈ। ਹੁਣ ਇੱਕ ਵਾਰ ਵਿਦੇਸ਼ ਤੋਂ ਇੱਕ ਪਰਿਵਾਰ ਸਮੇਤ ਆਇਆ ਇੱਕ ਬੰਦਾ। ਉਸਨੇ ਹੋਰ ਜਿੱਦਾਂ ਕਹਿ ਲਈ ਇੱਥੇ ਦੇਖਣ ਵਾਲੀ ਜਗ੍ਹਾ ਕਿਸੇ ਪਾਸੇ ਘੁੰਮਣਾ ਸੀ ਤੇ ਉਹਨੇ ਟੈਕਸੀ ਕੀਤੀ ਤੇ ਟੈਕਸੀ ਕਰਕੇ ਤੇ ਜਾਂਦਾ ਹੈ ਤੇ ਰਸਤੇ ਦੇ ਵਿੱਚ ਖਾਣ ਪੀਣ ਦੇ ਵਾਸਤੇ ਰੁਕ ਗਏ। ਜਦੋਂ ਰੁਕਦੇ ਨੇ ਤੇ ਗਿੱਲਾ ਹੋਣ ਕਰਕੇ, ਚਿੱਕੜ ਹੋਣ ਕਰਕੇ ਛੋਟੀ ਬੱਚੀ ਦੀ ਜਿਹੜੀ ਚੱਪਲ ਸੀ ਉਹ ਟੁੱਟ ਗਈ, ਉਹਦੀ ਪੱਧਰ ਟੁੱਟ ਗਈ ਤੇ ਉਹ ਵੇਖਦਾ ਵੀ ਮੋਚੀ ਕਿੱਥੇ ਆ, ਵੀ ਉਹ ਤੋਂ ਮੈਂ ਜਿਹੜੀ ਚੱਪਲ ਹੈ ਉਹਨੂੰ ਸਲਾ ਲਵਾਂ। ਡਰਾਈਵਰ ਨੂੰ ਪੁੱਛਦਾ ਹੈ ਉਹ ਬੰਦਾ, ਉਹ ਕਹਿੰਦਾ ਇੱਥੇ ਨੇੜੇ ਹੀ ਆ, ਉਹ ਦਰਖਤ ਥੱਲੇ ਕਿਤੇ ਬੈਠਦਾ ਹੈ, ਉੱਥੋਂ ਜਾ ਕੇ ਤੁਸੀਂ ਇਹਨੂੰ ਠੀਕ ਕਰਵਾ ਸਕਦੇ ਹੋ। ਉਹ ਜਾਣ ਲੱਗਦਾ, ਉਸ ਤੋਂ ਪਹਿਲਾਂ ਉਹ ਆਵਾਜ਼ ਮਾਰਦਾ ਡਰਾਈਵਰ, ਉਹ ਕਹਿੰਦਾ ਤੁਸੀਂ ਨਵੇਂ ਹੋ ਇੱਥੇ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ, ਤੁਸੀਂ ਵੇਖ ਲਿਓ ਇੱਥੇ ਆਪਣਾ, ਪਹਿਲਾਂ ਉਹਦੇ ਨਾਲ ਸੌਦਾ ਕਰ ਲਿਓ, ਪੁੱਛ ਲਿਓ ਵੀ ਰੇਟ ਕਿੰਨਾ ਗਾ, ਕਿਤੇ ਤੁਹਾਨੂੰ ਲੁੱਟ ਲਵੇ। ਉਹ ਬੜਾ ਹੈਰਾਨ, ਕਹਿੰਦੇ ਕੋਈ ਗੱਲ ਨਹੀਂ ਮੈਂ ਪੁੱਛ ਲਾਂਗਾ। ਜਦੋਂ ਜਾਂਦਾ ਉਸ ਮੋਚੀ ਦੇ ਕੋਲੇ ਉਹ ਬੰਦਾ ਚੱਪਲ ਕਢਾਉਣ ਵਾਸਤੇ ਤੇ ਉਹ ਗੰਢਣ ਲੱਗਦਾ, ਉਹ ਤੋਂ ਪੁੱਛਦਾ ਪਹਿਲਾਂ ਰੇਟ ਕਿੰਨਾ, ਕਹਿੰਦਾ ਕੀ ਲਵੇਂਗਾ? ਉਹ ਭਾਈ ਕਹਿੰਦਾ ਜੋ ਦੇਣਾ ਦੇ ਦੀ, ਕੋਈ ਗੱਲ ਨਹੀਂ। ਨਹੀਂ ਕਹਿੰਦਾ ਤੂੰ ਸੌਦਾ ਪਹਿਲਾਂ ਕਰ ਲਾ। ਉਹ ਕਹਿੰਦਾ ਨਹੀਂ ਜੋ ਮਰਜ਼ੀ ਤੁਸੀਂ ਦੇ ਦਿਓ। ਜੋ ਦੁਬਾਰਾ ਉਹਨੇ ਕਿਹਾ ਚਲੋ, ਕਹਿੰਦੇ ਸਿਰਫ 5 ਰੁਪਏ ਦੇ ਦਿਓ। ਬੜਾ ਹੈਰਾਨ ਹੋਇਆ, ਕਹਿੰਦਾ ਮੈਨੂੰ ਇਦਾਂ ਕਿਹਾ ਗਿਆ ਵੀ ਲੁੱਟ ਲੈਣਾ, ਵੀ ਪਤਾ ਨਹੀਂ ਕਿੱਡੀ ਕੁ ਵੱਡੀ ਡੀਲ ਹੋਣੀ ਸੀ, ਵੀ ਕਿੰਨਾ ਕੁ ਉਹਨੇ ਪੈਸੇ ਮੰਗ ਲੈਣੇ ਸਨ। ਤੇ ਇਸ ਤੋਂ ਬਾਅਦ ਜਦੋਂ ਗੰਢ ਦਿੱਤੀ ਉਹਨੇ 10 ਰੁਪਏ ਦਿੱਤੇ। ਉਹ ਕਹਿੰਦਾ ਰੱਖ ਲਾ। ਨਹੀਂ ਕਹਿੰਦਾ ਮੇਰੇ ਹੱਕ ਦੇ 5 ਰੁਪਏ ਨੇ, ਮੈਂ 5 ਰੁਪਏ ਹੀ ਲਵਾਂਗਾ। ਕਮਾਲ ਹੋ ਗਈ, ਉਹਨੇ 5 ਰੁਪਏ ਵੀ ਵੱਧ ਨਹੀਂ ਲਏ। ਉਹ ਬੰਦਾ ਵਾਪਸ ਆਇਆ ਗੱਡੀ ਕੋਲ, ਤਾਂ ਡਰਾਈਵਰ ਕਹਿਣ ਲੱਗਿਆ ਕਿੰਨੇ ਰੁਪਏ ਲੈ ਲਏ, ਲੁੱਟਿਆ ਤਾਂ ਨਹੀਂ ਤੈਨੂੰ? ਕਹਿੰਦਾ ਨਹੀਂ ਸਾਨੂੰ ਭੁਲੇਖਾ ਹੀ ਆ। ਕਹਿੰਦਾ ਮੈਂ ਤਾਂ ਕਹਿੰਦਾ ਦੇਵਤੇ ਦੇ ਦਰਸ਼ਨ ਕਰਕੇ ਆਇਆ, ਦੇਵਤੇ ਦੇ। ਉਹਨੇ 1 ਰੁਪਿਆ ਵੱਧ ਨਹੀਂ ਲਿਆ, ਜਿੰਨੀ ਮਿਹਨਤ ਸੀ ਉਨਾ ਉਹਨੇ ਆਪਣੀ ਮਿਹਨਤ ਲਈ ਆ। ਜਾਂਦਾ ਹੈ, ਰਾਤ ਹੋਈ ਤੇ ਹੋਇਆ ਕਿ ਰਸਤੇ ਵਿੱਚ ਗੱਡੀ ਦਾ ਪੈਂਚਰ ਹੋ ਗਿਆ। ਪੈਂਚਰ ਹੋਇਆ ਵੇਖਦੇ ਨੇ, ਹੁਣ ਕਹਿੰਦੇ ਸਮਾਂ ਰਾਤ ਦਾ ਸਮਾਂ ਹੋ ਗਿਆ, ਸ਼ਾਮ ਪਈ ਹੋਈ ਹੈ, ਵੀ ਪਹੁੰਚਾਂਗੇ ਕਿਵੇਂ? ਸਟਿੱਪਣੀ ਵੀ ਨਾਲ ਨਹੀਂ ਹੈ, ਵੀ ਉਹ ਗੱਡੀ ਦਾ ਹੁਣ ਪੈਂਚਰ ਕਿੱਦਾਂ ਲੱਗੇ। ਵੇਖਦੇ ਆ ਇੱਕ ਨੇੜੇ ਇੱਕ ਸ਼ਾਪ ਹੈ, ਵਰਕਸ਼ਾਪ, ਤੇ ਉੱਥੇ ਜਾ ਕੇ ਉਹ ਬੰਦਾ ਦੁਕਾਨ ਬੰਦ ਕਰਦਾ। ਦੁਕਾਨ ਬੰਦ ਕਰਦਿਆਂ ਹੋਇਆਂ ਇਹ ਚੱਲ ਗਏ ਤੇ ਜਾ ਕੇ ਕਹਿੰਦੇ ਨੇ ਬਈ ਗੱਡੀ ਦਾ ਪੈਂਚਰ ਹੋ ਗਿਆ, ਵੀ ਜਿਹੜਾ ਤੁਸੀਂ ਪੈਂਚਰ ਲਗਾ ਸਕਦੇ ਹੋ। ਉਹਨੇ ਬੰਦਿਆ ਕਹਿੰਦਾ ਮੇਰੇ ਅੱਜ ਪੁੱਤਰ ਦਾ ਜਨਮ ਦਿਨ ਆ,
ਮੈਂ ਉਹਦੇ ਨਾਲ ਵਾਅਦਾ ਕਰਕੇ ਆਇਆ ਵੀ ਮੈਂ ਅੱਜ 6 ਵਜੇ ਮੈਂ ਘਰ ਪਹੁੰਚ ਜਾਣਾ, ਮੇਰਾ ਸਮਾਂ ਹੋ ਗਿਆ ਤੇ ਮੈਂ ਜਾਣਾ, ਮੈਨੂੰ ਮਾਫ ਕਰਿਓ, ਮੈਂ ਪੈਂਚਰ ਨਹੀਂ ਲਗਾ ਸਕਦਾ। ਉਹ ਕਹਿਣ ਲੱਗੇ ਨਹੀਂ ਤੁਸੀਂ, ਸਾਨੂੰ ਬਹੁਤ ਲੋੜ ਆ, ਤੂੰ ਦੱਸ ਦੇ ਵੀ ਅਸੀਂ ਦੁੱਗਣੇ ਪੈਸੇ ਦੇ ਦਿਆਂਗੇ, ਵੱਧ ਪੈਸੇ ਦੇ ਦਿਆਂਗੇ। ਨਹੀਂ ਨਹੀਂ, ਪੈਸਿਆਂ ਵੱਧ ਦੀ ਗੱਲ ਨਹੀਂ ਕਹਿੰਦਾ, ਮੈਂ ਆਪਣੇ ਬੱਚੇ ਨਾਲ ਇਹ ਵਾਅਦਾ ਕਰਕੇ ਆਇਆ ਵੀ ਮੈਂ ਅੱਜ ਇੰਨੇ ਵਜੇ ਪਹੁੰਚ ਜਾਣਾ, ਮੈਂ ਲੇਟ ਨਹੀਂ ਹੋਣਾ। ਤੇ ਅਖੀਰ ਨੂੰ ਉਹਨਾਂ ਨੇ ਕਿਹਾ ਵੀ ਸਾਡੀ ਬਹੁਤ ਜ਼ਿਆਦਾ ਮਜਬੂਰੀ ਹੈ ਵੀ ਤੁਸੀਂ ਦੱਸ ਦਿਓ ਬਈ ਆਹ ਕਾਰਨ ਕਰਕੇ ਲੇਟ ਹੋ ਗਏ, ਵੀ ਤੁਸੀਂ ਅੱਜ ਸਾਡੀ ਗੱਡੀ ਦਾ ਜਿਹੜਾ ਪੈਂਚਰ ਲਗਾ ਦਿਓ। ਚਲੋ ਬੰਦੇ ਨੇ ਵੇਖਿਆ ਵੀ ਲੋੜਵੰਦ ਨੇ, ਉਹਨੇ ਭਾਵੇਂ ਉਹ ਜਾਣਾ ਸੀ, ਕਹਿੰਦਾ ਉਹਨੇ ਦੁਬਾਰਾ ਦੁਕਾਨ ਖੋਲੀ ਤੇ ਪੈਂਚਰ ਗੱਡੀ ਦਾ ਲਗਾਇਆ। ਤੇ ਜੇ ਉਹਨੂੰ ਪੈਸੇ ਦੇਣ ਲੱਗੇ 50 ਰੁਪਏ ਦਾ ਪੈਂਚਰ, ਤੇ ਬੰਦੇ ਨੇ 100 ਰੁਪਇਆ ਕੱਢ ਕੇ ਦਿੱਤਾ। ਉਹ ਕਹਿਣ ਲੱਗਿਆ ਵੀ ਆ 100 ਰੁਪਇਆ ਰੱਖ ਲਓ, ਕੋਈ ਗੱਲ ਨਹੀਂ, ਤੁਸੀਂ ਸਾਡੇ ਕਰਕੇ ਦੁਕਾਨ ਖੋਲੀ ਹੈ। ਉਹਦਾ ਜਿਹੜਾ ਜਵਾਬ ਸੀ ਉਹ ਬੜਾ ਪਿਆਰਾ ਸੀ। ਉਹ ਕਹਿੰਦਾ ਭਾਵੇਂ ਕਿ ਮੈਂ ਪਹਿਲਾਂ ਜਾਣਾ ਸੀ, ਪਰ ਤੁਹਾਡੀ ਵੀ ਮਜਬੂਰੀ ਹੋਣ ਕਰਕੇ ਤੇ ਮੈਂ ਜਿਹੜਾ ਪੈਂਚਰ ਲਗਾ ਦਿੱਤਾ ਹੈ। ਮੇਰੀ ਜਿੰਨੀ ਮਿਹਨਤ ਹੈ ਮੈਨੂੰ ਉਨੀ ਹੀ ਪੈਸੇ ਚਾਹੀਦੇ ਹਨ, ਮੈਨੂੰ ਵੱਧ ਨਹੀਂ ਚਾਹੀਦੇ। ਨਹੀਂ, ਉਹ ਕਹਿੰਦੇ ਸਾਡੇ ਕਰਕੇ ਦੁਕਾਨ ਦੁਬਾਰਾ ਖੋਲੀ ਹੈ। ਨਹੀਂ ਕਹਿੰਦੇ ਜਿੰਨੀ ਮੇਰੀ ਮਿਹਨਤ ਹੈ ਮੈਨੂੰ ਇੰਨੇ ਹੀ ਦੇ ਦਿਓ, ਕੋਈ ਗੱਲ ਨਹੀਂ। ਉਹ ਬੰਦੇ ਨੇ ਸਿਰਫ ਜਿੰਨੀ ਮਿਹਨਤ ਬਣੀ ਉਨੇ ਹੀ ਪੈਸੇ ਲਏ। ਤੇ ਉਹ ਵੇਖਦਾ ਕਹਿੰਦਾ ਮੈਂ ਸਵੇਰੇ ਦੇਵਤੇ ਦੇ ਦਰਸ਼ਨ ਕੀਤੇ, ਮੈਂ ਹੁਣ ਰੱਬ ਦੇ ਦਰਸ਼ਨ ਕੀਤੇ ਆ। ਨਹੀਂ ਹੁੰਦਾ ਇਹ ਆ ਸਮਾਜ ਵਿੱਚ, ਅਸੀਂ ਥੋੜਾ ਜਿਹਾ ਕਿਸੇ ਵਾਸਤੇ ਸਮਾਂ ਕੱਢਦੇ ਆ, ਜੇ ਦੁਬਾਰਾ ਦੁਕਾਨ ਖੋਲਦੇ ਆ। ਕਈ ਥਾਂ ਤੇ ਹੁੰਦਾ ਇਸ ਤਰ੍ਹਾਂ ਵੀ ਸਾਨੂੰ ਏਦਾਂ ਦੇਖਿਆ ਜਾਂਦਾ ਵੀ ਇਹ ਲੋੜਵੰਦ ਨੂੰ ਲੁੱਟ ਲਵੋ, ਇਹ ਤੋਂ ਬਕਾਇਆ ਵੱਧ ਲੈ ਲਵੋ, ਹੁੰਦਾ ਕਈ ਵਾਰ। ਪਰ ਅਸਲ ਦੇ ਵਿੱਚ ਰੱਬ ਇਨਸਾਨਾਂ ਦੇ ਵਿੱਚ ਹੀ ਰਹਿੰਦਾ, ਜਿਹੜਾ ਉਸ ਇਮਾਨਦਾਰੀ ਨੂੰ ਪਛਾਣ ਗਿਆ। ਉਹ ਰੱਬ ਦਾ ਜੀਅ ਖਵਾਉਣ ਦੇ ਵਾਸਤੇ। ਹੁਣ ਕਈ ਵਾਰ ਐਡਾ ਵੱਡਾ ਸ਼ਬਦ ਉਸ ਮਨੁੱਖ ਦੇ ਕਿਸੇ ਕੋਲੋਂ ਏਦਾਂ ਕਹਿਣਾ ਵੀ ਇਹ ਤਾਂ ਰੱਬ ਰੂਪ ਹੈ, ਇਹ ਤਾਂ ਦੇਵਤਾ ਹੀ ਹੈ। ਕਾਹਦੇ ਕਰਕੇ ਕਿਹਾ? ਉਹਦੀ ਇਮਾਨਦਾਰੀ ਕਰਕੇ, ਉਹਦੇ ਕੰਮ ਕਰਕੇ, ਉਹਦੀ ਮਿਹਨਤ ਕਰਕੇ। ਇਹ ਨਹੀਂ ਵੇਖਿਆ ਵੀ ਇਹਦਾ ਗਰੀਬ ਹੈ, ਨਾ। ਜਦੋਂ ਬੰਦੇ ਵਿੱਚ ਕੁਆਲਿਟੀ ਆ ਜੇ, ਉਹਦੀ ਬਾਹਰੀ ਤੌਰ ਤੇ ਤੁਸੀਂ ਕਿੰਨੇ ਕੁ ਅਮੀਰ ਹੋ ਇਹ ਅਹਿਮੀਅਤ ਨਹੀਂ ਰੱਖਦਾ। ਤੁਹਾਡੇ ਕੋਲੇ ਅੰਦਰ ਦੀ ਅਮੀਰੀ ਕਿੰਨੀ ਹੈ ਉਹਨੇ ਤੁਹਾਡਾ ਮੁੱਲ ਪਾਉਣਾ ਹੈ। ਰੱਬ ਹਮੇਸ਼ਾ ਸਾਡੇ ਨੇੜੇ ਹੈ। ਚੰਗੇ ਗੁਣਾਂ ਨੂੰ ਜ਼ਿੰਦਗੀ 'ਚ ਅਪਣਾਉਣਾ ਹੀ ਦੇਵਤੇ ਵਰਗਾ ਜੀਵਨ ਜਿਉਣਾ ਹੈ। ਜਦੋਂ ਅਸੀਂ ਇੱਕ ਗੁਰੂ ਸਾਹਿਬ ਦਾ ਬਚਨ ਪੜ੍ਹਦੇ ਹਾਂ, ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਗੁਰੂ ਕੋਲੇ ਇਹ ਗੁਣ ਹੈ, ਸਿੱਖਿਆ ਹੈ ਵੀ ਉਹ ਸਾਨੂੰ ਦੇਵਤੇ ਬਣਾ ਦਿੰਦਾ ਹੈ। ਜਿਹੜਾ ਵੀ ਗਿਆਨ ਪ੍ਰਾਪਤ ਕਰੇਗਾ ਉਹਦੇ ਅੰਦਰ ਦੇਵਤਿਆਂ ਵਾਲੇ ਗੁਣ ਪੈਦਾ ਹੋ ਜਾਂਦੇ ਨੇ। ਸੋ ਆਓ ਅਸੀਂ ਕੋਸ਼ਿਸ਼ ਕਰਿਆ ਕਰੀਏ, ਗੁਰਬਾਣੀ ਨੂੰ ਵਿਚਾਰੀਏ, ਸਮਝੀਏ, ਜਿੰਨਾ ਹੋ ਸਕਦਾ ਗੁਰਬਾਣੀ ਨੂੰ ਸਮਾਂ ਦਈਏ। ਉਹਦੇ ਨਾਲ ਕੀ ਹੋਣਾ, ਅਸੀਂ ਗੁਰਦੁਆਰੇ ਜਾਂਦੇ ਹਾਂ, ਜ਼ਰੂਰ ਕੋਸ਼ਿਸ਼ ਕਰਿਆ ਕਰੋ ਹਰ ਰੋਜ਼ ਹੁਕਮ ਲੈ ਕੇ ਆਇਆ ਕਰੀਏ, ਸਿੱਖਿਆ ਲੈ ਕੇ ਆਇਆ ਕਰੀਏ। ਕੱਲਾ ਮੱਥਾ ਟੇਕਣ ਤੱਕ ਸੀਮਤ ਨਾ ਰਹੀਏ। ਹੁੰਦਾ ਇਹੀ ਹੈ ਸਾਡੇ ਸਮਾਜ ਵਿੱਚ ਜ਼ਿਆਦਾਤਰ, ਅਸੀਂ ਮੱਥਾ ਟੇਕਿਆ ਤੇ ਨਾਲ ਦੀ ਨਾਲ ਆ ਗਏ। ਕੀ ਸਮਝ ਕੇ ਆਏ ਆ? ਅਸੀਂ ਬੱਚੇ ਨੂੰ ਪੁੱਛਦੇ ਆ ਹਜੇ ਵੀ ਪੁੱਤ ਅੱਜ ਕੀ ਪੜ੍ਹ ਕੇ ਆਇਆ? ਸਾਨੂੰ ਸਾਲਾਂ ਬੱਧੀ ਗੁਰਦੁਆਰੇ ਜਾਣ ਵਾਲੇ ਜਿਹੜੇ ਮਨੁੱਖ ਨੇ, ਜੇ ਪੁੱਛ ਲਵੇ ਕੋਈ ਵੀ ਕੀ ਸਿੱਖ ਕੇ ਆਇਆ, ਅਸੀਂ ਅੱਜ ਵੀ ਅਗਿਆਨੀ ਹੋਏ ਫਿਰਦੇ ਆ। ਜਿਨ੍ਹਾਂ ਦਾ ਗੁਰੂ ਗਿਆਨ ਹੋਵੇ ਉਹ ਅਗਿਆਨੀ ਨਹੀਂ ਚਾਹੀਦੇ। ਇਸ ਕਰਕੇ ਕੋਸ਼ਿਸ਼ ਕਰਿਆ ਕਰੀਏ ਅਸੀਂ ਗੁਰਬਾਣੀ ਦੀ ਵਿਚਾਰ ਨੂੰ ਸਮਝੀਏ। ਜਿੰਨਾ ਚਿਰ ਆਪ ਨਹੀਂ ਸਮਝਦੇ, ਆਪ ਅਸੀਂ ਉਦਮ ਨਹੀਂ ਕਰਦੇ, ਜੇ ਅਸੀਂ ਆਪ ਸਿੱਖਣਾ ਨਹੀਂ ਚਾਹੁੰਦੇ, ਸਾਨੂੰ ਕੋਈ ਸਮਝਾ ਨਹੀਂ ਸਕਦਾ। ਪਹਿਲੇ ਨੰਬਰ ਤੇ ਸਾਡੀ ਪਹਿਲ ਚਾਹੀਦੀ ਹੈ। ਇਸ ਕਰਕੇ ਆਓ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ। ਅਸੀਂ ਕੁਝ ਅੱਜ ਗੁਰਮਤਿ ਵਿਚਾਰ ਜਿਹੜੀ ਸਮਝਣ ਦਾ ਯਤਨ ਕੀਤਾ ਹੈ, ਸੋ ਸੱਚੇ ਪਾਤਸ਼ਾਹ ਕਿਰਪਾ ਕਰਨ ਅਸੀਂ ਇਸੇ ਤਰ੍ਹਾਂ ਵਿਚਾਰ ਦੀ ਸਾਂਝ ਕਰਦੇ ਰਹੀਏ ਤੇ ਆਪ ਸਰਬੱਤ ਸੰਗਤਾਂ ਵੱਧ ਤੋਂ ਵੱਧ ਜਿਹੜਾ ਗੁਰਬਾਣੀ ਨੂੰ ਸਮਝੀਏ ਤੇ ਵੀਡੀਓ ਨੂੰ ਸੁਣ ਕੇ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ, ਤਾਂ ਜੋ ਇਹ ਵਿਚਾਰ ਅੱਗੇ ਹੋਰ ਸੰਗਤਾਂ ਤੱਕ ਪਹੁੰਚ ਸਕੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।